ਜ਼ਿੰਦਗੀ ਵਿੱਚ ਜੇਕਰ ਕਦੇ ਵੀ ਹਾਰ ਜਾਣ ਨੂੰ ਦਿਲ ਕਰੇ ਤਾਂ ਉਸ ਕਾਰਨ ਬਾਰੇ ਜ਼ਰੂਰ ਸੋਚ ਲਿਓ ਜਿਸ ਕਰਕੇ ਹੁਣ ਤੱਕ ਤੁਸੀਂ ਮੈਦਾਨ ਵਿੱਚ ਡਟੇ ਹੋਏ ਸੀ। ਦੋਸਤੋ, ਅੱਜ ਦੀ ਇਹ ਕਹਾਣੀ ਹੈ ਇੱਕ ਜਗਦੀਪ ਨਾਮ ਦੀ ਕੁੜੀ ਦੀ, ਜਿਸ ਨੇ ਹੁਣੇ ਹੀ ਆਪਣੇ ਕਾਲਜ ਦੀ ਪੜ੍ਹਾਈ ਖਤਮ ਕਰੀ ਹੈ। ਉਸਨੇ ਸੋਚਿਆ ਕਿ ਕਿਸੇ ਦੀ ਨੌਕਰੀ ਨਹੀਂ ਕਰੇਗੀ ਬਲਕਿ ਆਪਣਾ ਕੋਈ ਬਿਜ਼ਨਸ ਕਰੇਗੀ। ਇਹ ਸੋਚ ਕੇ ਉਸਨੇ ਕੁਝ ਆਪਣਾ ਕਰਨਾ ਸ਼ੁਰੂ ਕਰ ਦਿੱਤਾ। 5-6 ਮਹੀਨੇ ਤੱਕ ਤਾਂ ਸਭ ਕੁਝ ਵਧੀਆ ਚੱਲਦਾ ਰਿਹਾ, ਪਰ ਉਸਨੂੰ ਉਸ ਕੰਮ ਵਿੱਚੋਂ ਅਜਿਹਾ ਘਾਟਾ ਪਿਆ ਕਿ ਮਜਬੂਰੀ ਵਸ ਉਹ ਕੰਮ ਉਸਨੂੰ ਬੰਦ ਕਰਨਾ ਪੈ ਗਿਆ। ਉਸਨੇ ਦੋਸਤਾਂ ਨਾਲ ਮਿਲ ਕੇ ਉਹ ਕੰਮ ਸ਼ੁਰੂ ਕੀਤਾ ਸੀ ਤੇ ਵਾਕਈ ਉਸਦੇ ਦੋਸਤਾਂ ਨੇ ਵੀ ਉਸਦਾ ਕਾਫੀ ਸਾਥ ਦਿੱਤਾ ਸੀ। ਪਰ ਜਦੋਂ ਉਹ ਬਿਜ਼ਨਸ ਬੰਦ ਹੋਇਆ ਤਾਂ ਉਹ ਕੁੜੀ ਹੌਲੀ-ਹੌਲੀ ਡਿਪਰੈਸ਼ਨ ਵੱਲ ਜਾਣ ਲੱਗ ਪਈ। ਉਸਨੂੰ ਲੱਗਿਆ ਕਿ ਜੋ ਸੁਪਨਾ ਉਸਨੇ ਦੇਖਿਆ ਸੀ ਉਹ ਅਧੂਰਾ ਹੀ ਰਹਿ ਗਿਆ ਤੇ ਹੁਣ ਕਦੇ ਪੂਰਾ ਨਹੀਂ ਹੋਵੇਗਾ। ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਕਾਫੀ ਸਮਝਾਇਆ, ਇੱਥੋਂ ਤੱਕ ਕਿ ਉਸਦੇ ਦੋਸਤਾਂ ਨੇ ਵੀ ਉਸਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਾ ਹੋਇਆ। ਉਸਦੇ ਕਾਲਜ ਦੀ ਇੱਕ ਪ੍ਰੋਫੈਸਰ ਸੀ ਜੋ ਇੱਕ ਬੜੀ ਸੁਲਝੀ ਹੋਈ ਔਰਤ ਸੀ। ਉਸਨੇ ਇੱਕ ਦਿਨ ਉਸਨੂੰ ਆਪਣੇ ਘਰ ਮਿਲਣ ਲਈ ਬੁਲਾਇਆ। ਪ੍ਰੋਫੈਸਰ ਨੇ ਉਸਨੂੰ ਪੁੱਛਿਆ ਕਿ ਬੇਟਾ ਕੀ ਗੱਲ ਹੈ? ਤੁਹਾਡੇ ਘਰ ਵਾਲੇ ਤੇ ਦੋਸਤ ਵੀ ਦੱਸ ਰਹੇ ਸੀ ਕਿ ਤੁਸੀਂ ਅੱਜ-ਕੱਲ੍ਹ ਬੜਾ ਪਰੇਸ਼ਾਨ ਰਹਿੰਦੇ ਹੋ। ਉਸ ਕੁੜੀ ਨੇ ਦੱਸਿਆ ਕਿ ਮਸਾਂ ਉਸਨੇ ਆਪਣਾ ਕੋਈ ਕੰਮ ਸ਼ੁਰੂ ਕੀਤਾ ਸੀ, ਜਿਸ ਦੇ ਲਈ ਉਸਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਤੇ ਉਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦੋਸਤਾਂ ਦੀ ਵੀ ਸਹਾਇਤਾ ਲਈ। ਉਸ ਕੰਮ ਨੂੰ ਚੱਲਦਾ ਰੱਖਣ ਲਈ 5-6 ਮਹੀਨੇ ਲਗਾਤਾਰ ਕੋਸ਼ਿਸ਼ ਕੀਤੀ, ਪਰ ਆਖਰਕਾਰ ਉਸਨੂੰ ਉਹ ਕੰਮ ਬੰਦ ਹੀ ਕਰਨਾ ਪਿਆ। ਪ੍ਰੋਫੈਸਰ ਨੇ ਬੜੇ ਧਿਆਨ ਨਾਲ ਸਾਰੀ ਗੱਲ ਸੁਣੀ ਤੇ ਬੜੇ ਪਿਆਰ ਨਾਲ ਕਿਹਾ ਕਿ ਬੇਟਾ, ਇਸ ਵਿੱਚ ਨਵੀਂ ਗੱਲ ਕੀ ਹੈ? ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਨੇ। ਬਹੁਤ ਸਾਰੇ ਲੋਕ ਫੇਲ ਹੁੰਦੇ ਨੇ ਤੇ ਉਹਨਾਂ ਹਾਰਾਂ ਤੋਂ ਸਬਕ ਸਿੱਖ ਕੇ ਕਾਮਯਾਬ ਵੀ ਹੋ ਜਾਂਦੇ ਨੇ। ਉਸ ਕੁੜੀ ਨੇ ਵਿੱਚੋਂ ਟੋਕਦੇ ਹੋਏ ਹੀ ਕਿਹਾ ਕਿ ਜਦੋਂ ਕੋਈ ਪੂਰੇ ਤਨ ਮਨ ਤੇ ਧਨ ਦੇ ਨਾਲ ਕਿਸੇ ਕੰਮ ਲਈ ਮਿਹਨਤ ਕਰ ਰਿਹਾ ਹੋਵੇ ਤੇ ਇੰਨੀ ਮਿਹਨਤ ਦੇ ਬਾਅਦ ਵੀ ਫੇਲ ਹੋ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਦੀ ਜ਼ਿੰਦਗੀ ਦਾ ਕੋਈ ਮਤਲਬ ਰਹਿ ਜਾਂਦਾ ਹੈ। ਪ੍ਰੋਫੈਸਰ ਨੇ ਉਸ ਵੱਲ ਧਿਆਨ ਨਾਲ ਦੇਖਿਆ ਤੇ ਕਿਹਾ ਕਿ ਬੇਟਾ, ਮੇਰੇ ਨਾਲ ਆਓ। ਇੰਨਾ ਕਹਿ ਕੇ ਉਹ ਉਸ ਨੂੰ ਆਪਣੇ ਬਗੀਚੇ ਵਿੱਚ ਲੈ ਗਈ। ਉੱਥੇ ਉਸ ਨੂੰ ਇੱਕ ਟਮਾਟਰ ਦਾ ਪੌਦਾ ਦਿਖਾਇਆ ਜੋ ਬਿਲਕੁਲ ਮੁਰਝਾ ਚੁੱਕਿਆ ਸੀ। ਮੈਡਮ ਨੇ ਕਿਹਾ ਕਿ ਬੇਟਾ, ਇਸ ਨੂੰ ਧਿਆਨ ਨਾਲ ਦੇਖ। ਉਹ ਅੱਗਿਓਂ ਬੋਲੀ ਕਿ ਮੈਂ ਇਸ ਦਾ ਕੀ ਦੇਖਾਂ, ਇਹ ਖੁਦ ਮੇਰੇ ਵਾਂਗੂ ਮੁਰਝਾਇਆ ਪਿਆ ਹੈ। ਮੈਡਮ ਨੇ ਸਮਝਾਇਆ ਕਿ ਦੇਖੋ ਬੇਟਾ, ਇਹ ਪੁੱਠੀਆਂ ਸਿੱਧੀਆਂ ਗੱਲਾਂ ਨਹੀਂ ਕਰੀਦੀਆਂ। ਇਹਨਾਂ ਫਾਲਤੂ ਦੀਆਂ ਡਿਪਰੈਸ਼ਨ ਵਾਲੀਆਂ ਗੱਲਾਂ ਵਿੱਚੋਂ ਬਾਹਰ ਨਿਕਲ ਆਓ। ਮੈਂ ਤੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਵੀ ਇਸ ਪੌਦੇ ਨੂੰ ਹਰ ਉਹ ਚੀਜ਼ ਪਾਈ ਜਿਸ ਦੀ ਇਸ ਨੂੰ ਜ਼ਰੂਰਤ ਸੀ। ਇਸ ਨੂੰ ਸਮੇਂ ਤੇ ਖਾਦ ਤੇ ਪਾਣੀ ਪਾਇਆ, ਕੀੜਿਆਂ ਤੋਂ ਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕ ਦੀ ਸਪਰੇਅ ਵੀ ਕੀਤੀ, ਜਾਂ ਜੋ ਵੀ ਕਰਨਾ ਚਾਹੀਦਾ ਸੀ ਉਹ ਸਭ ਕੀਤਾ, ਪਰ ਫਿਰ ਵੀ ਇਸ ਨੇ ਫਲ ਨਹੀਂ ਦਿੱਤਾ ਤੇ ਮੁਰਝਾ ਗਿਆ। ਹੁਣ ਇਸ ਉੱਪਰ ਮੇਰਾ ਕੋਈ ਕੰਟਰੋਲ ਤਾਂ ਹੈ ਨਹੀਂ। ਮੇਰਾ ਕੰਟਰੋਲ ਸੀ ਆਪਣੀ ਮਿਹਨਤ ਤੇ, ਜੋ ਮੈਂ ਕਰ ਸਕਦੀ ਸੀ। ਉਸ ਕੁੜੀ ਨੇ ਜਵਾਬ ਦਿੱਤਾ ਕਿ ਤੁਸੀਂ ਵੀ ਤਾਂ ਉਹੀ ਕਹਿ ਰਹੇ ਹੋ ਕਿ ਇੰਨੀ ਮਿਹਨਤ ਦੇ ਬਾਵਜੂਦ ਵੀ ਰਿਜ਼ਲਟ ਸਾਡੇ ਹੱਥ ਵਿੱਚ ਨਹੀਂ ਹੈ। ਮਤਲਬ ਉਹ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਫਿਰ ਅਸੀਂ ਇੰਨੀ ਮਿਹਨਤ ਵੀ ਕਿਉਂ ਕਰਨੀ? ਮੈਂ ਕਾਲਜ ਤੋਂ ਬਾਅਦ ਨੌਕਰੀ ਇਸ ਲਈ ਨਹੀਂ ਕੀਤੀ ਕਿਉਂਕਿ ਮੈਂ ਕੁਝ ਵੱਡਾ ਕਰਨਾ ਚਾਹੁੰਦੀ ਸੀ, ਉਹ ਵੀ ਆਪਣੇ ਦਮ ਤੇ। ਪਰ ਦੇਖੋ, ਹੌਲੀ-ਹੌਲੀ ਮੇਰਾ ਸੁਪਨਾ ਹੀ ਬਿਖਰ ਗਿਆ। ਉਹ ਪ੍ਰੋਫੈਸਰ ਸਮਝ ਗਈ ਕਿ ਉਹ ਬਹੁਤ ਨਕਾਰਾਤਮਕ ਹੋ ਚੁੱਕੀ ਹੈ, ਇਸ ਲਈ ਉਹ ਸਿੱਧੀ ਗੱਲ ਤੋਂ ਵੀ ਕੁਝ ਨਾ ਕੁਝ ਉਲਟਾ ਹੀ ਸਮਝ ਰਹੀ ਹੈ। ਉਸਨੇ ਇੱਕ ਵਾਰ ਫਿਰ ਸਮਝਾਇਆ ਕਿ ਬੇਟਾ, ਮਿਹਨਤ ਹੀ ਸਾਡੇ ਹੱਥ ਵਿੱਚ ਹੈ, ਪਰ ਉਸ ਦਾ ਰਿਜ਼ਲਟ ਕੀ ਹੋਵੇਗਾ ਇਹ ਸਾਡੇ ਹੱਥ ਵਿੱਚ ਨਹੀਂ ਹੈ ਤੇ ਸਾਨੂੰ ਬਿਨਾਂ ਇਸ ਦੀ ਪਰਵਾਹ ਕੀਤੇ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਪਰ ਉਹ ਸਮਝਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪ੍ਰੋਫੈਸਰ ਨੇ ਕਿਹਾ, ਚਲੋ ਕੌਫੀ ਪੀਂਦੇ ਹਾਂ। ਇਹ ਕਹਿ ਕੇ ਉਸ ਨੂੰ ਆਪਣੇ ਨਾਲ ਅੰਦਰ ਲੈ ਆਈ। ਕੌਫੀ ਪੀ ਕੇ ਉਸਨੇ ਪ੍ਰੋਫੈਸਰ ਦਾ ਕੌਫੀ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਸਮਝਾਉਣ ਦੇ ਲਈ, ਟਾਈਮ ਕੱਢਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਕੀ ਜੋ ਵੀ ਹੋਣਾ ਹੈ ਹੋ ਜਾਵੇਗਾ, ਤੁਸੀਂ ਪਰੇਸ਼ਾਨ ਨਾ ਹੋਵੋ। ਜਦੋਂ ਉਹ ਜਾਣ ਲੱਗੀ ਤਾਂ ਪ੍ਰੋਫੈਸਰ ਨੇ ਫਿਰ ਉਸ ਨੂੰ ਰੋਕਣ ਲਈ ਕਿਹਾ ਤੇ ਆਪਣੇ ਨਾਲ ਘਰ ਦੇ ਪਿੱਛੇ ਬਣੇ ਸਟੋਰ ਵਿੱਚ ਲੈ ਗਈ।
ਜਦੋਂ ਉੱਥੇ ਗਏ ਤਾਂ ਉੱਥੇ ਬਹੁਤ ਸਾਰੇ ਟਮਾਟਰ ਪਏ ਸੀ। ਉਸ ਕੁੜੀ ਨੇ ਹੈਰਾਨੀ ਨਾਲ ਪੁੱਛਿਆ ਕਿ ਮੈਡਮ ਇਹ ਇੰਨੇ ਸਾਰੇ ਟਮਾਟਰ ਕਿੱਥੋਂ ਆ ਗਏ, ਜਦ ਕਿ ਤੁਹਾਡਾ ਟਮਾਟਰਾਂ ਦਾ ਪੌਦਾ ਤਾਂ ਬਿਲਕੁਲ ਸੜ ਚੁੱਕਿਆ ਸੀ। ਤਾਂ ਪ੍ਰੋਫੈਸਰ ਨੇ ਕਿਹਾ ਕਿ ਬੇਟਾ ਉਹ ਪੌਦਾ ਉਹ ਸੀ ਜੋ ਮੈਂ ਸਭ ਤੋਂ ਪਹਿਲਾਂ ਲਗਾਇਆ ਸੀ। ਬਾਕੀ ਦਾ ਬਗੀਚਾ ਦਿਖਾਉਣ ਤੋਂ ਪਹਿਲਾਂ ਤਾਂ ਮੈਂ ਤੈਨੂੰ ਅੰਦਰ ਲੈ ਗਈ ਸੀ। ਤੂੰ ਪੂਰਾ ਗਾਰਡਨ ਤਾਂ ਦੇਖਿਆ ਹੀ ਨਹੀਂ ਸੀ। ਸਿਰਫ ਇੱਕ ਪੌਦਾ ਉਹ ਸੀ ਜਿਹੜਾ ਮੁਰਝਾ ਗਿਆ ਸੀ, ਪਰ ਬਾਕੀ ਪੌਦੇ ਉਹ ਸੀ ਜਿਨ੍ਹਾਂ ਨੂੰ ਇਹ ਲਾਲ-ਲਾਲ ਟਮਾਟਰ ਲੱਗੇ ਹੋਏ ਸੀ। ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦੀ ਹਾਂ ਕਿ ਜੋ ਪਹਿਲੀ ਵਾਰ ਹਾਰ ਜਾਣ 'ਤੇ ਇਹੀ ਮੰਨ ਲੈਂਦਾ ਹੈ ਕਿ ਮੈਂ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ, ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਕਾਮਯਾਬ ਨਹੀਂ ਕਰ ਸਕਦੀ। ਤੁਹਾਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲਣਾ ਹੋਵੇਗਾ ਤੇ ਆਪਣੀਆਂ ਹਾਰਾਂ ਤੋਂ ਸਿੱਖਣਾ ਹੋਵੇਗਾ। ਨਕਾਰਾਤਮਕ ਵਿੱਚੋਂ ਵੀ ਸਕਾਰਾਤਮਕ ਲੱਭਣਾ ਹੋਵੇਗਾ। ਅਜਿਹਾ ਬਿਲਕੁਲ ਵੀ ਨਹੀਂ ਕਿ ਜੇਕਰ ਕੋਈ ਇੱਕ ਵਾਰ ਫੇਲ ਹੋ ਗਿਆ ਤਾਂ ਉਹ ਹਮੇਸ਼ਾ ਫੇਲ ਹੀ ਹੁੰਦਾ ਰਹੇਗਾ। ਇਸ ਦੁਨੀਆ 'ਤੇ ਜਿੰਨੇ ਵੀ ਮਹਾਨ ਲੋਕ ਹੋਏ ਨੇ, ਪਤਾ ਨਹੀਂ ਕਿੰਨੀ ਵਾਰ ਉਹਨਾਂ ਨੂੰ ਹਾਰਾਂ ਦਾ ਸਾਹਮਣਾ ਕਰਨਾ ਪਿਆ, ਪਰ ਜੇਕਰ ਉਹ ਵੀ ਹਾਰ ਮੰਨ ਲੈਂਦੇ ਤਾਂ ਕੀ ਅੱਜ ਉਹ ਮਹਾਨ ਹੁੰਦੇ। ਜੇਕਰ ਤੁਹਾਡੇ ਨਾਲ ਵੀ ਕੁਝ ਐਸਾ ਹੀ ਹੋ ਰਿਹਾ ਹੈ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਲਗਾਤਾਰ ਕੀਤੀ ਹੋਈ ਤੁਹਾਡੀ ਨਿੱਕੀ ਜਿਹੀ ਕੋਸ਼ਿਸ਼ ਤੁਹਾਨੂੰ ਇੱਕ ਦਿਨ ਕਿੰਨੇ ਵੱਡੇ ਮੁਕਾਮ 'ਤੇ ਲੈ ਜਾਵੇਗੀ। ਲਗਾਤਾਰ ਸੰਘਰਸ਼ ਕਰਦੇ ਰਹਿਣ ਨੂੰ ਹੀ ਜ਼ਿੰਦਗੀ ਆਖਦੇ ਨੇ। ਇਸ ਲਈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਹਾਰ ਮੰਨ ਲੈਣਾ ਸਭ ਤੋਂ ਸੌਖਾ ਹੈ ਤੇ ਮੰਜ਼ਿਲ ਕਦੇ ਸੌਖੀ ਨਹੀਂ ਮਿਲਦੀ ਹੁੰਦੀ। ਸੋ ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਕੁਝ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾਜ਼ ਸੁਣ ਰਹੇ ਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।